ਮੈਂ ਗਰੀਬ ਸੀ, ਇਸ ਲਈ ਮੇਰੇ ਭਰਾ ਨੇ ਮੇਰੇ ਮਾਂ-ਬਾਪ ਦੇ ਮਰਨ ਤੋਂ ਬਾਅਦ ਮੇਰਾ ਵਿਆਹ ਇੱਕ ਪਾਗਲ ਨਾਲ ਕਰਵਾ ਦਿੱਤਾ। ਮੈਂ ਬਹੁਤ ਰੋਈ, ਪਰ ਪਾਗਲ ਮੈਨੂੰ ਆਪਣੇ ਘਰ ਲੈ ਗਿਆ। ਮੈਂ ਤਾਂ ਪਹਿਲਾਂ ਬਹੁਤ ਰੋਂਦੀ ਰਹਿੰਦੀ ਸੀ। ਮੇਰਾ ਪਾਗਲ ਪਤੀ ਮੇਰਾ ਬਹੁਤ ਖਿਆਲ ਰੱਖਦਾ ਸੀ। ਮੇਰੇ ਲਈ ਮਹਿੰਗੀਆਂ-ਮਹਿੰਗੀਆਂ ਚੀਜ਼ਾਂ ਲੈ ਕੇ ਆਉਂਦਾ ਸੀ, ਜਦ ਕਿ ਉਸ ਦੀ ਇੰਨੀ ਔਕਾਤ ਨਹੀਂ ਸੀ। ਮੈਂ ਹੈਰਾਨ ਹੋ ਜਾਂਦੀ ਕਿ ਉਹ ਇੰਨੀਆਂ ਮਹਿੰਗੀਆਂ ਚੀਜ਼ਾਂ ਕਿੱਥੋਂ ਲੈ ਕੇ ਆਉਂਦਾ ਹੈ, ਪਰ ਇਹ ਕੰਮ ਉਹ ਬਹੁਤ ਹੀ ਅਜੀਬ ਕਰਦਾ ਸੀ। ਮੇਰੇ ਲਈ ਮੇਰੇ ਪਸੰਦ ਦੀਆਂ ਚੀਜ਼ਾਂ ਤੇ ਖਾਣ-ਪੀਣ ਦੀਆਂ ਚੀਜ਼ਾਂ ਲੈ ਕੇ ਆਉਂਦਾ, ਪਰ ਖੁਦ ਰਾਤ ਹੁੰਦੇ ਹੀ ਦੂਜੇ ਕਮਰੇ ਵਿੱਚ ਜਾ ਕੇ ਸੌਂ ਜਾਂਦਾ। ਮੈਂ ਹੈਰਾਨ ਹੁੰਦੀ ਕਿ ਜੇ ਇਸਨੂੰ ਮੇਰੀ ਇੰਨੀ ਹੀ ਪਰਵਾਹ ਹੈ ਕਿ ਇਹ ਮੇਰੇ ਲਈ ਇੰਨੀਆਂ ਚੰਗੀਆਂ ਚੀਜ਼ਾਂ ਲੈ ਕੇ ਆਉਂਦਾ ਹੈ, ਫਿਰ ਇਸ ਨੂੰ ਮੇਰੇ ਵਿੱਚ ਦਿਲਚਸਪੀ ਕਿਉਂ ਨਹੀਂ ਹੈ? ਇਹ ਮੇਰੇ ਕੋਲ ਕਿਉਂ ਨਹੀਂ ਬੈਠਦਾ? ਮੇਰੀ ਗੱਲ ਕਿਉਂ ਨਹੀਂ ਸੁਣਦਾ? ਇੱਕ ਰਾਤ ਮੈਂ ਪਹਿਲਾਂ ਹੀ ਦੂਜੇ ਕਮਰੇ ਵਿੱਚ ਲੁਕ ਗਈ ਤੇ ਇਹ ਦੇਖ ਕੇ ਮੇਰੇ ਹੋਸ਼ ਉੱਡ ਗਏ। ਮੇਰਾ ਪਾਗਲ ਪਤੀ 4। ਮੇਰਾ ਨਾਮ ਸੋਨੀਆ ਹੈ। ਮੈਂ ਬਹੁਤ ਜ਼ਿਆਦਾ ਖੂਬਸੂਰਤ ਸੀ। ਮੇਰੀ ਭਾਬੀ ਨੂੰ ਮੇਰੀ ਖੂਬਸੂਰਤੀ ਤੋਂ ਬਹੁਤ ਨਫ਼ਰਤ ਸੀ। ਉਹ ਕਹਿੰਦੀ ਸੀ ਕਿ ਤੇਰਾ ਹੁਸਨ ਤਾਂ ਇੱਕ ਦਿਨ ਮਿੱਟੀ ਵਿੱਚ ਮਿਲ ਜਾਵੇਗਾ। ਮੈਂ ਕਹਿੰਦੀ ਸੀ ਕਿ ਰੱਬ ਤੋਂ ਡਰੋ। ਭਾਬੀ, ਮੈਂ ਤੁਹਾਡਾ ਕੀ ਵਿਗਾੜਿਆ ਹੈ? ਮੇਰੀ ਮਾਂ ਇਸ ਦੁਨੀਆ ਵਿੱਚ ਨਹੀਂ ਸੀ। ਮੇਰੇ ਪਿਤਾ ਜੀ ਜਿੰਦਾ ਸਨ। ਜਦ ਤੱਕ ਮੇਰੇ ਪਿਤਾ ਜੀ ਸੀ ਤਦ ਤੱਕ ਮੇਰੀ ਘਰ ਵਿੱਚ ਹਕੂਮਤ ਸੀ। ਮੇਰੇ ਭਰਾ ਨੂੰ ਵੀ ਮੇਰੇ ਨਾਲ ਨਫ਼ਰਤ ਸੀ। ਉਹ ਕਹਿੰਦਾ ਸੀ ਕਿ ਤੂੰ ਮੇਰੀ ਪਤਨੀ ਨਾਲ ਮੁਕਾਬਲੇ ਨਾ ਕਰਿਆ ਕਰ। ਥੋੜ੍ਹੀ ਬਹੁਤ ਮੈਂ ਵੀ ਮਗਰੂਰ ਸੀ, ਕਿਉਂਕਿ ਮੇਰੇ ਤੋਂ ਕੋਈ ਗਲਤ ਗੱਲ ਬਰਦਾਸ਼ਤ ਨਹੀਂ ਹੁੰਦੀ ਸੀ। ਹੁਣ ਜੇ ਮੇਰੀ ਭਾਬੀ ਮੇਰੇ ਪਿਤਾ ਜੀ ਨੂੰ ਟਾਈਮ 'ਤੇ ਖਾਣਾ ਨਾ ਦਿੰਦੀ ਤੇ ਜਾਂ ਬਾਸੀ ਖਾਣਾ ਦੇ ਦਿੰਦੀ ਤਾਂ ਮੈਨੂੰ ਗੁੱਸਾ ਆ ਜਾਂਦਾ। ਇੱਕ ਦਿਨ ਤਾਂ ਉਸਨੇ ਮੇਰੇ ਪਿਤਾ ਜੀ ਦੇ ਸਾਹਮਣੇ ਖਰਾਬ ਖਾਣਾ ਰੱਖ ਦਿੱਤਾ, ਜਦ ਕਿ ਮੇਰੇ ਪਿਤਾ ਜੀ ਸ਼ੂਗਰ ਦੇ ਮਰੀਜ਼ ਸਨ। ਮੈਂ ਕਿਹਾ ਕਿ ਪਹਿਲਾਂ ਤੋਂ ਹੀ ਇਹਨਾਂ ਦੀ ਤਬੀਅਤ ਖਰਾਬ ਹੈ, ਤੂੰ ਨਵਾਂ ਖਾਣਾ ਨਹੀਂ ਬਣਾਇਆ ਸੀ? ਤੂੰ ਮੈਨੂੰ ਦੱਸ ਦਿੰਦੀ। ਪੁਰਾਣਾ ਖਾਣਾ ਦੇ ਕੇ ਕਿਉਂ ਤੂੰ ਮੇਰੇ ਪਿਤਾ ਜੀ ਨੂੰ ਮਾਰਨਾ ਚਾਹੁੰਦੀ ਹੈ? ਇਸ ਗੱਲ ਨੂੰ ਲੈ ਕੇ ਸਾਡੀ ਨਣਦ ਭਰਜਾਈ ਦੀ ਬਹੁਤ ਲੜਾਈ ਹੋਈ। ਮੇਰੇ ਭਰਾ ਨੇ ਤਾਂ ਆਪਣੀ ਪਤਨੀ ਦਾ ਹੀ ਸਾਥ ਦਿੱਤਾ। ਉਹ ਮੈਨੂੰ ਕਹਿਣ ਲੱਗਿਆ ਕਿ ਤੈਨੂੰ ਤਾਂ ਮੈਂ ਇੱਕ ਦਿਨ ਅਜਿਹਾ ਸਿੱਧਾ ਕਰਾਂਗਾ ਕਿ ਤੂੰ ਤੀਰ ਦੀ ਤਰ੍ਹਾਂ ਸਿੱਧੀ ਹੋ ਜਾਵੇਂਗੀ। ਤੂੰ ਛੋਟੀ ਐਂ ਤੇ ਆਪਣੀ ਵੱਡੀ ਭਾਬੀ ਨਾਲ ਕਿਸ ਤਰ੍ਹਾਂ ਗੱਲ ਕਰ ਰਹੀ ਐਂ? ਮੈਂ ਕਿਹਾ ਕਿ ਗੱਲ ਛੋਟੇ ਵੱਡੇ ਦੀ ਨਹੀਂ ਹੈ। ਜੇ ਇਹ ਕੁਝ ਗਲਤ ਕਰੇਗੀ ਤਾਂ ਮੈਂ ਜ਼ਰੂਰ ਬੋਲਾਂਗੀ। ਉਸ ਰਾਤ ਮੇਰੇ ਪਿਤਾ ਜੀ ਦੀ ਤਬੀਅਤ ਵੀ ਬਹੁਤ ਜ਼ਿਆਦਾ ਖਰਾਬ ਹੋ ਗਈ। ਉਹਨਾਂ ਦੀ ਤਬੀਅਤ ਇੰਨੀ ਖਰਾਬ ਹੋ ਗਈ ਕਿ ਉਹ 5 ਦਿਨ ਹਸਪਤਾਲ ਵਿੱਚ ਆਪਣੀ ਬਿਮਾਰੀ ਨਾਲ ਲੜਦੇ ਹੋਏ ਇਸ ਦੁਨੀਆ ਤੋਂ ਚਲੇ ਗਏ। ਮੈਂ ਬਹੁਤ ਰੋਈ। ਮੈਨੂੰ ਇਸ ਗੱਲ ਦਾ ਬਹੁਤ ਦੁੱਖ ਲੱਗਿਆ। ਹੁਣ ਘਰ ਵਿੱਚ ਮੇਰਾ ਭਰਾ, ਭਰਜਾਈ ਤੇ ਮੈਂ ਹੀ ਰਹਿ ਗਏ ਸੀ। ਇੱਕ ਦਿਨ ਮੇਰਾ ਭਰਾ ਮੇਰੇ ਕਮਰੇ ਵਿੱਚ ਆਇਆ ਤੇ ਕਹਿਣ ਲੱਗਿਆ ਕਿ ਪਿਤਾ ਜੀ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ। ਮੈਨੂੰ ਲੱਗਿਆ ਕਿ ਸ਼ਾਇਦ ਉਹ ਕਹਿਣਗੇ ਕਿ ਕੋਈ ਗੱਲ ਨਹੀਂ, ਜੇ ਤੈਨੂੰ ਕਿਸੇ ਚੀਜ਼ ਦੀ ਜ਼ਰੂਰਤ ਹੋਈ ਤਾਂ ਤੂੰ ਮੈਨੂੰ ਦੱਸ ਦਈਂ, ਤੂੰ ਕੋਈ ਫਿਕਰ ਨਾ ਕਰੀਂ। ਪਰ ਮੇਰੇ ਭਰਾ ਨੇ ਅਜਿਹਾ ਕੁਝ ਨਹੀਂ ਕਿਹਾ, ਸਗੋਂ ਉਸਨੇ ਕਿਹਾ ਕਿ ਅਗਲੇ ਐਤਵਾਰ ਤੇਰਾ ਵਿਆਹ ਹੈ। ਜਦ ਉਸਨੇ ਅਜਿਹੀ ਗੱਲ ਕਹੀ ਤਾਂ ਮੈਂ ਹੈਰਾਨ ਰਹਿ ਗਈ। ਮੈਂ ਕਿਹਾ ਕਿ ਕੀ? ਉਸਨੇ ਕਿਹਾ ਕਿ ਹਾਂ, ਮੈਂ ਤੇਰਾ ਵਿਆਹ ਕਰ ਰਿਹਾ ਹਾਂ। ਆਪਣੇ ਘਰ ਦੀ ਹੋ ਜਾਵੇਂਗੀ ਤਾਂ ਚੰਗਾ ਰਹੇਗਾ। ਮੇਰੇ ਵਿੱਚ ਇੰਨੀ ਹਿੰਮਤ ਨਹੀਂ ਸੀ ਕਿ ਮੈਂ ਪੁੱਛ ਸਕਾਂ ਕਿ ਮੇਰਾ ਵਿਆਹ ਕਿਸ ਨਾਲ ਕਰਨ ਜਾ ਰਹੇ ਹੋ, ਪਰ ਇੰਨੀ ਜਲਦੀ ਵਿਆਹ? ਉਸਨੇ ਕਿਹਾ ਕਿ ਬਸ ਵਿਆਹ ਦੀ ਰਸਮ ਹੀ ਕਰਨੀ ਹੈ, ਕਿਉਂਕਿ ਹੁਣੇ-ਹੁਣੇ ਤਾਂ ਪਿਤਾ ਜੀ ਦੀ ਮੌਤ ਹੋਈ ਹੈ। ਜੇ ਤੇਰੇ ਦਿਲ ਵਿੱਚ ਕੋਈ ਅਰਮਾਨ ਹੈ ਤਾਂ ਉਸਨੂੰ ਦਿਲ ਵਿੱਚ ਹੀ ਦਬਾ ਲੈਣਾ। ਮੈਂ ਤੇਰੇ ਲਈ ਮਹੀਨਾ ਪਹਿਲਾਂ ਢੋਲਕੀ ਨਹੀਂ ਰੱਖ ਸਕਦਾ ਤੇ ਨਾ ਹੀ ਤੇਰਾ ਵਿਆਹ ਧੂਮ-ਧਾਮ ਨਾਲ ਕਰ ਸਕਦਾ ਹਾਂ। ਇੰਨਾ ਕਹਿ ਕੇ ਉਹ ਕਮਰੇ 'ਚੋਂ ਬਾਹਰ ਚਲਾ ਗਿਆ। ਮੈਂ ਸਿਰਹਾਣੇ 'ਤੇ ਸਿਰ ਰੱਖ ਕੇ ਰੋਣ ਲੱਗ ਗਈ, ਪਰ ਫਿਰ ਦਿਲ ਨੂੰ ਇਹ ਸੋਚ ਕੇ ਤਸੱਲੀ ਦਿੱਤੀ ਕਿ ਚਲੋ ਵਿਆਹ ਤਾਂ ਇੱਕ ਦਿਨ ਹੋਣਾ ਹੀ ਹੈ। ਜੇ ਮੇਰਾ ਵਿਆਹ ਹੋ ਜਾਵੇਗਾ ਤਾਂ ਮੇਰਾ ਆਪਣਾ ਘਰ ਤਾਂ ਹੋਵੇਗਾ, ਕਿਸੇ ਦੀ ਗੁਲਾਮੀ ਤਾਂ ਨਹੀਂ ਕਰਨੀ ਪਵੇਗੀ, ਭਾਬੀ ਤੋਂ ਤਾਂ ਜਾਨ ਛੁੱਟ ਜਾਵੇਗੀ। ਇਹ ਸੋਚ ਕੇ ਮੈਂ ਵੀ ਦਿਨ ਗੁਜ਼ਾਰਨ ਲੱਗੀ, ਪਰ ਵਿਆਹ ਵਾਲੇ ਦਿਨ ਇਹ ਦੇਖ ਕੇ ਹੈਰਾਨ ਰਹਿ ਗਈ ਕਿ ਮੇਰੇ ਭਰਾ ਨੇ ਮੇਰੇ ਲਈ ਕਿਸ ਕਿਸਮ ਦਾ ਮੁੰਡਾ ਲੱਭਿਆ ਹੈ। ਸ਼ਾਇਦ ਇਸ ਵਿੱਚ ਵੀ ਮੇਰੀ ਭਾਬੀ ਦੀ ਕੋਈ ਚਾਲ ਸੀ, ਕਿਉਂਕਿ ਜਦ ਵੀ ਲੜਾਈ ਹੁੰਦੀ ਸੀ ਤਾਂ ਮੇਰੀ ਭਾਬੀ ਮੇਰੀ ਦੁਸ਼ਮਣ ਬਣ ਜਾਂਦੀ ਸੀ। ਮੈਨੂੰ ਲੱਗਦਾ ਸੀ ਕਿ ਉਹ ਇੱਕ ਦਿਨ ਮੇਰੇ ਤੋਂ ਜ਼ਰੂਰ ਬਦਲਾ ਲਵੇਗੀ। ਅੱਜ ਉਸਨੇ ਇਹੀ ਕੀਤਾ ਸੀ। ਉਹ ਕਾਮਯਾਬ ਹੋ ਗਈ ਸੀ, ਕਿਉਂਕਿ ਮੇਰਾ ਦੁਲਹਾ ਤਾਂ ਅਜੀਬ ਜਿਹੀ ਹਾਲਤ ਵਿੱਚ ਬੈਠਾ ਸੀ, ਜਿਸ ਨੂੰ ਦੇਖ ਕੇ ਇੱਕ ਬੱਚਾ ਵੀ ਅੰਦਾਜ਼ਾ ਲਗਾ ਸਕਦਾ ਸੀ ਕਿ ਉਹ ਕੋਈ ਨਾਰਮਲ ਇਨਸਾਨ ਨਹੀਂ ਸੀ, ਸਗੋਂ ਇੱਕ ਪਾਗਲ ਸੀ, ਕਿਉਂਕਿ ਉਸਨੇ ਹੱਥ ਵਿੱਚ ਚਾਕਲੇਟ ਫੜਿਆ ਹੋਇਆ ਸੀ ਜਿਸ ਨੂੰ ਕਿ ਉਹ ਖਾ ਰਿਹਾ ਸੀ। ਉਸਦੇ ਵਾਲ ਬਿਖਰੇ ਹੋਏ ਸਨ, ਕੱਪੜੇ ਤਾਂ ਉਸਨੇ ਨਵੇਂ ਪਾਏ ਹੋਏ ਸਨ,
ਪਰ ਉਸਨੇ ਇੰਨੇ ਗੰਦੇ ਕਰ ਲਏ ਸਨ ਜਿਵੇਂ ਕੋਈ ਛੋਟਾ ਬੱਚਾ ਮਿੱਟੀ ਵਿੱਚ ਖੇਲਦਾ ਹੈ ਤਾਂ ਉਸਦੇ ਕੱਪੜੇ ਗੰਦੇ ਹੋ ਜਾਂਦੇ ਹਨ। ਇਹੀ ਮੇਰਾ ਦੁਲਹਾ ਸੀ। ਸਭ ਨੂੰ ਪਤਾ ਚੱਲ ਗਿਆ ਸੀ ਕਿ ਉਹ ਪਾਗਲ ਹੈ। ਸਾਡੇ 2-4 ਗੁਆਂਢ ਦੀਆਂ ਔਰਤਾਂ ਆਈਆਂ ਹੋਈਆਂ ਸਨ। ਰਿਸ਼ਤੇਦਾਰ ਤਾਂ ਕੋਈ ਆਇਆ ਨਹੀਂ ਸੀ। ਉਹ ਵੀ ਕਹਿਣ ਲੱਗ ਗਈਆਂ ਸਨ ਕਿ ਸੋਨੀਆ ਦਾ ਦੁਲਹਾ ਤਾਂ ਪਾਗਲ ਹੈ। ਭਰਾ ਭਰਜਾਈ ਨੇ ਭੈਣ 'ਤੇ ਐਡਾ ਵੱਡਾ ਜ਼ੁਲਮ ਕਰ ਦਿੱਤਾ। ਮਾਂ-ਬਾਪ ਕੀ ਮਰ ਗਏ, ਇਹਨਾਂ ਦਾ ਤਾਂ ਖੂਨ ਹੀ ਚਿੱਟਾ ਹੋ ਗਿਆ ਹੈ। ਇੰਨੀ ਸੋਹਣੀ ਭੈਣ ਦਾ ਵਿਆਹ ਇੱਕ ਪਾਗਲ ਇਨਸਾਨ ਨਾਲ ਕਰ ਦਿੱਤਾ। ਮੇਰਾ ਵਿਆਹ ਹੋ ਚੁੱਕਿਆ ਸੀ, ਵਿਦਾਈ ਹੋਣ ਵਾਲੀ ਸੀ। ਮੇਰੀਆਂ ਅੱਖਾਂ ਵਿੱਚ ਹੰਝੂ ਜਾਰੀ ਸਨ। ਮੈਂ ਰੋਣਾ ਚਾਹੁੰਦੀ ਸੀ ਪਰ ਰੋ ਵੀ ਨਹੀਂ ਸਕਦੀ ਸੀ। ਮੈਂ ਰੋਂਦੀ ਵੀ ਤਾਂ ਮੇਰੇ ਹੰਝੂ ਕੌਣ ਦੇਖੇਗਾ। ਮੈਨੂੰ ਮੇਰੀ ਮਾਂ ਤੇ ਪਿਤਾ ਜੀ ਦੀ ਬਹੁਤ ਯਾਦ ਆ ਰਹੀ ਸੀ। ਜੇ ਅੱਜ ਉਹ ਜਿਉਂਦੇ ਹੁੰਦੇ ਤਾਂ ਮੇਰੇ ਨਾਲ ਇਹ ਸਭ ਕੁਝ ਕਦੇ ਨਾ ਹੁੰਦਾ। ਮੇਰੀ ਭਾਬੀ ਨੇ ਹੀ ਮੇਰੇ ਭਰਾ ਨੂੰ ਭੜਕਾਇਆ ਸੀ, ਪਰ ਮੇਰੇ ਭਰਾ ਨੂੰ ਵੀ ਜ਼ਰਾ ਵੀ ਖਿਆਲ ਨਾ ਆਇਆ ਕਿ ਉਹ ਆਪਣੀ ਭੈਣ ਦਾ ਵਿਆਹ ਇੱਕ ਪਾਗਲ ਨਾਲ ਕਰ ਰਿਹਾ ਹੈ। ਉਹ ਮੈਨੂੰ ਕਿਵੇਂ ਰੱਖੇਗਾ, ਕੀ ਖਿਲਾਵੇਗਾ ਤੇ ਕੀ ਪਿਲਾਵੇਗਾ। ਅੱਜ ਕੱਲ੍ਹ ਤਾਂ ਲੋਕ ਆਪਣੀਆਂ ਕੁੜੀਆਂ ਦਾ ਵਿਆਹ ਅਜਿਹੇ ਮੁੰਡੇ ਨਾਲ ਵੀ ਨਹੀਂ ਕਰਾਉਂਦੇ ਜਿਹੜੇ ਕੋਈ ਨੌਕਰੀ ਨਹੀਂ ਕਰਦੇ, ਤੇ ਇਸ ਕੋਲ ਤਾਂ ਨਾ ਕੋਈ ਅਕਲ ਸੀ ਤੇ ਨਾ ਹੀ ਕੋਈ ਤਰੀਕਾ ਸੀ। ਇੱਕ ਪਲ ਤਾਂ ਮੈਂ ਸੋਚਿਆ ਕਿ ਮੈਂ ਅਜਿਹੇ ਦੁਲਹੇ ਦੇ ਨਾਲ ਜਾਣ ਤੋਂ ਇਨਕਾਰ ਕਰ ਦੇਵਾਂ, ਪਰ ਫਿਰ ਕੀ ਹੁੰਦਾ, ਇਹ ਲੋਕ ਮੇਰਾ ਹੀ ਤਮਾਸ਼ਾ ਬਣਾ ਦਿੰਦੇ। ਇਹਨਾਂ ਨੇ ਫਿਰ ਵੀ ਮੈਨੂੰ ਇੱਥੋਂ ਕੱਢ ਹੀ ਦੇਣਾ ਸੀ। ਮੈਂ ਸਭ ਕੁਝ ਪਰਮਾਤਮਾ 'ਤੇ ਛੱਡ ਦਿੱਤਾ ਤੇ ਚੁੱਪਚਾਪ ਵਿਦਾ ਹੋ ਗਈ। ਜਾਂਦੇ ਜਾਂਦੇ ਭਾਈ ਨੇ ਸਿਰ 'ਤੇ ਹੱਥ ਰੱਖਣ ਦੀ ਕੋਸ਼ਿਸ਼ ਕੀਤੀ, ਪਰ ਮੈਂ ਆਪਣਾ ਸਿਰ ਪਿੱਛੇ ਕਰ ਲਿਆ। ਸਭ ਲੋਕਾਂ ਨੇ ਇਹ ਦੇਖਿਆ। ਮੈਂ ਕਿਹਾ ਇਸ ਦੀ ਵੀ ਥੋੜ੍ਹੀ ਜਿਹੀ ਬੇਇੱਜ਼ਤੀ ਹੋਵੇ। ਇਸ ਨੂੰ ਇੰਨਾ ਤਾਂ ਅਹਿਸਾਸ ਹੋਵੇ ਕਿ ਇਸਨੇ ਜੋ ਮੇਰੇ ਨਾਲ ਕੀਤਾ ਉਹ ਚੰਗਾ ਨਹੀਂ ਕੀਤਾ। ਭਾਬੀ ਵੀ ਮੈਨੂੰ ਮਿਲਣ ਲਈ ਅੱਗੇ ਹੋਈ ਤਾਂ ਮੈਂ ਉਸ ਨੂੰ ਵੀ ਨਹੀਂ ਮਿਲੀ, ਕਿਉਂਕਿ ਉਸਨੇ ਤਾਂ ਸਭ ਦੇ ਸਾਹਮਣੇ ਕਹਿ ਦਿੱਤਾ ਸੀ ਕਿ ਤੇਰਾ ਵਿਆਹ ਕਰਵਾ ਦਿੱਤਾ ਹੈ, ਹੁਣ ਤੂੰ ਨਖਰੇ ਨਾ ਕਰ ਤੇ ਆਪਣੇ ਘਰ ਦਫਾ ਹੋ ਜਾ। ਕਿਹੜੀ ਭਾਬੀ ਕਹਿੰਦੀ ਹੈ ਆਪਣੀ ਨਣਦ ਨੂੰ, ਉਹ ਵੀ ਉਸ ਦੀ ਵਿਦਾਈ ਵਾਲੇ ਦਿਨ। ਕਿੰਨੀ ਵੀ ਨਫ਼ਰਤ ਕਿਉਂ ਨਾ ਹੋਵੇ, ਪਰ ਕੋਈ ਵੀ ਆਪਣੀ ਬੇਟੀ ਨੂੰ ਅਜਿਹਾ ਕਹਿ ਕੇ ਨਹੀਂ ਭੇਜਦਾ ਕਿ ਦਫਾ ਹੋ ਜਾ। ਮੇਰੇ ਨਾਲ ਕਿੰਨਾ ਬੁਰਾ ਸਲੂਕ ਹੋ ਰਿਹਾ ਸੀ, ਪਰ ਮੈਨੂੰ ਪਤਾ ਸੀ ਕਿ ਪ੍ਰਮਾਤਮਾ ਮੇਰਾ ਇਨਸਾਫ ਕਰੇਗਾ। ਪਰ ਇਸ ਵਕਤ ਤਾਂ ਮੇਰਾ ਸਮਾਂ ਬਹੁਤ ਹੀ ਖਰਾਬ ਨਜ਼ਰ ਆ ਰਿਹਾ ਸੀ। ਮੈਂ ਵਿਦਾ ਹੋ ਕੇ ਆਪਣੇ ਸਸੁਰਾਲ ਆ ਗਈ। ਮੇਰਾ ਪਤੀ ਪਾਗਲ ਸੀ, ਪਰ ਉਸਦਾ ਘਰ ਚੰਗਾ ਸੀ। ਉੱਥੇ ਉਸਦਾ ਭਾਈ ਵੀ ਸੀ। ਮੈਨੂੰ ਲੱਗਿਆ ਕਿ ਉਹ ਵੀ ਇਸੀ ਘਰ ਵਿੱਚ ਰਹਿੰਦਾ ਹੈ, ਪਰ ਜਦ ਰਾਤ ਹੋਈ ਤਾਂ ਉਸ ਦੀ ਜਗ੍ਹਾ ਉਸਦਾ ਭਾਈ ਕਮਰੇ ਵਿੱਚ ਆਇਆ। ਮੈਂ ਥੋੜਾ ਘਬਰਾ ਗਈ। ਉਸਨੇ ਕਿਹਾ, ਭਾਬੀ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਦਰਅਸਲ ਮੈਂ ਇਸ ਘਰ ਵਿੱਚ ਨਹੀਂ ਰਹਿੰਦਾ। ਮੈਂ ਕਿਸੇ ਦੂਜੀ ਜਗ੍ਹਾ ਆਪਣਾ ਘਰ ਲਿਆ ਹੋਇਆ ਹੈ, ਜਿੱਥੇ ਮੇਰੀ ਪਤਨੀ ਤੇ ਮੇਰੇ ਬੱਚੇ ਮੇਰਾ ਇੰਤਜ਼ਾਰ ਕਰ ਰਹੇ ਹਨ। ਹੁਣ ਤੁਹਾਨੂੰ ਹੀ ਇਸ ਨੂੰ ਸੰਭਾਲਣਾ ਹੋਵੇਗਾ। ਸਾਡੇ ਵੀ ਮਾਂ-ਬਾਪ ਨਹੀਂ ਹਨ। ਬਸ ਹੁਣ ਤੁਸੀਂ ਹੋ ਤੇ ਤੁਹਾਡਾ ਪਤੀ ਹੈ। ਜੇ ਤੁਹਾਨੂੰ ਕਿਸੇ ਚੀਜ਼ ਦੀ ਸਮਝ ਨਾ ਲੱਗੇ ਕਿ ਕਿਹੜੀ ਚੀਜ਼ ਕਿੱਥੇ ਪਈ ਹੈ ਤਾਂ ਤੁਸੀਂ ਮੈਨੂੰ ਫ਼ੋਨ ਕਰਕੇ ਪੁੱਛ ਸਕਦੇ ਹੋ। ਦੀਵਾਰ 'ਤੇ ਮੇਰਾ ਨੰਬਰ ਲਿਖਿਆ ਹੋਇਆ ਹੈ। ਜੇ ਇਹ ਤੁਹਾਨੂੰ ਜ਼ਿਆਦਾ ਤੰਗ ਕਰੇ ਤਾਂ ਵੀ ਤੁਸੀਂ ਮੈਨੂੰ ਬੁਲਾ ਸਕਦੇ ਹੋ। ਪਰ ਦੇਖੋ, ਮੈਂ ਵੀ ਬਾਲ ਬੱਚੇ ਵਾਲਾ ਹਾਂ। ਮੇਰੀ ਪਤਨੀ ਨੂੰ ਇੱਥੇ ਮੇਰਾ ਜ਼ਿਆਦਾ ਆਉਣਾ ਪਸੰਦ ਨਹੀਂ ਹੈ। ਜੇ ਕੋਈ ਜ਼ਿਆਦਾ ਹੀ ਜ਼ਰੂਰੀ ਗੱਲ ਹੋਵੇ ਤਾਂ ਹੀ ਤੁਸੀਂ ਮੈਨੂੰ ਬੁਲਾਇਓ, ਨਹੀਂ ਤਾਂ ਖੁਦ ਹੀ ਹਾਲਾਤ ਨੂੰ ਸੰਭਾਲਣ ਦੀ ਕੋਸ਼ਿਸ਼ ਕਰਿਓ, ਕਿਉਂਕਿ ਇਹ ਹੁਣ ਹੈ ਤਾਂ ਤੁਹਾਡਾ ਹੀ ਪਤੀ ਤੇ ਹੁਣ ਤੁਹਾਨੂੰ ਇਸ ਦੇ ਨਾਲ ਹੀ ਰਹਿਣਾ ਹੈ। ਮੈਂ ਸਮਝ ਰਹੀ ਸੀ ਕਿ ਮੇਰੀ ਆਉਣ ਵਾਲੀ ਜ਼ਿੰਦਗੀ ਕਿੰਨੀ ਮੁਸ਼ਕਿਲ ਹੋਣ ਵਾਲੀ ਹੈ। ਮੈਂ ਹਾਂ ਵਿੱਚ ਸਿਰ ਹਿਲਾ ਦਿੱਤਾ। ਮੈਂ ਹੋਰ ਕਹਿ ਵੀ ਕੀ ਸਕਦੀ ਸੀ। ਉਸਨੇ ਕਿਹਾ ਕਿ ਪਰਮਾਤਮਾ ਤੁਹਾਡੀ ਮਦਦ ਕਰੇਗਾ, ਤੁਸੀਂ ਪਰੇਸ਼ਾਨ ਨਾ ਹੋਵੋ, ਇੱਕ ਦਿਨ ਸਭ ਠੀਕ ਹੋ ਜਾਵੇਗਾ। ਮੈਨੂੰ ਪਤਾ ਸੀ ਕਿ ਉਹ ਤਸੱਲੀ ਦੇ ਰਿਹਾ ਹੈ, ਪਰ ਫਿਰ ਉਸਨੇ ਦੁਬਾਰਾ ਕਿਹਾ ਕਿ ਮੈਂ ਤੁਹਾਨੂੰ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਤੁਸੀਂ ਪਰੇਸ਼ਾਨ ਨਾ ਹੋਵੋ, ਇੱਕ ਦਿਨ ਸਭ ਕੁਝ ਠੀਕ ਹੋ ਜਾਵੇਗਾ। ਪਤਾ ਨਹੀਂ ਉਸਨੇ 2 ਵਾਰ ਇਸ ਗੱਲ ਨੂੰ ਕਿਉਂ ਕਿਹਾ ਤੇ ਇੰਨਾ ਜ਼ੋਰ ਦੇ ਕੇ ਕਿਉਂ ਕਿਹਾ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਮੈਂ ਕਿਹਾ, ਠੀਕ ਹੈ। ਮੇਰਾ ਪਤੀ ਦੂਸਰੇ ਕਮਰੇ ਵਿੱਚ ਬੈਠਾ ਸੀ। ਮੈਂ ਜਦ ਉਸ ਕਮਰੇ ਵਿੱਚ ਗਈ ਤਾਂ ਮੈਂ ਹੈਰਾਨ ਰਹਿ ਗਈ। ਸ਼ਾਇਦ ਇਹ ਕਮਰਾ ਉਸੀ ਦਾ ਸੀ। ਕਾਫੀ ਚੀਜ਼ਾਂ ਟੁੱਟੀਆਂ ਹੋਈਆਂ ਸਨ ਤੇ ਕੁਝ ਖਿਡੌਣੇ ਵੀ ਪਏ ਸਨ। ਉਸ ਦਾ ਦਿਮਾਗ ਬੱਚਿਆਂ ਵਾਲਾ ਸੀ। ਉਸਨੇ ਮੈਨੂੰ ਦੇਖਿਆ ਤਾਂ ਮੈਂ ਡਰ ਗਈ। ਮੈਨੂੰ ਲੱਗਿਆ ਕਿ ਇਹ ਮੇਰੇ ਨਾਲ ਕੋਈ ਗੱਲ ਕਰੇਗਾ ਜਾਂ ਮੈਨੂੰ ਕੋਈ ਕੰਮ ਕਹਿ ਦੇਵੇਗਾ, ਪਰ ਉਸਨੇ ਅਜਿਹਾ ਕੁਝ ਨਹੀਂ ਕੀਤਾ। ਮੈਂ ਚੁੱਪਚਾਪ ਆਪਣੇ ਕਮਰੇ ਵਿੱਚ ਜਾ ਕੇ ਸੌਂ ਗਈ। ਮੇਰਾ ਦਿਲ ਤਾਂ ਕਰ ਰਿਹਾ ਸੀ ਕਿ ਮੈਂ ਕਮਰੇ ਨੂੰ ਅੰਦਰ ਤੋਂ ਕੁੰਡੀ ਲਗਾ ਲਵਾਂ, ਪਰ ਮੈਂ ਅਜਿਹਾ ਨਹੀਂ ਕੀਤਾ। ਕਹਿਣ ਨੂੰ ਤਾਂ ਅਜੀਬ ਲੱਗਦਾ ਹੈ, ਪਰ ਉਸ ਰਾਤ ਮੈਨੂੰ ਬਹੁਤ ਹੀ ਸਕੂਨ ਦੀ ਨੀਂਦ ਆਈ। ਸਵੇਰੇ ਜਦ ਮੇਰੀ ਅੱਖ ਖੁੱਲ੍ਹੀ ਤਾਂ ਮੈਂ ਹੈਰਾਨ ਰਹਿ ਗਈ, ਕਿਉਂਕਿ ਸਾਹਮਣੇ ਮੇਰਾ ਪਤੀ ਬੈਠਾ ਸੀ। ਉਸ ਨੂੰ ਦੇਖ ਕੇ ਮੈਂ ਇੱਕਦਮ ਡਰ ਗਈ। ਫਿਰ ਜਦ ਮੈਂ ਟੇਬਲ ਵੱਲ ਦੇਖਿਆ ਤਾਂ ਮੇਰੀਆਂ ਅੱਖਾਂ ਖੁੱਲ੍ਹੀਆਂ ਦੀਆਂ ਖੁੱਲ੍ਹੀਆਂ ਰਹਿ ਗਈਆਂ।
ਟੇਬਲ ਪਰ ਤਾਂ ਨਾਸ਼ਤਾ ਪਿਆ ਸੀ, ਖਾਣਾ ਤਾਂ ਬਾਜ਼ਾਰ ਦਾ ਲੱਗ ਰਿਹਾ ਸੀ। ਮੈਂ ਉਸ ਵੱਲ ਦੇਖਿਆ ਤੇ ਆਸ-ਪਾਸ ਦੇਖਿਆ। ਮੈਨੂੰ ਲੱਗਿਆ ਸ਼ਾਇਦ ਉਸ ਦਾ ਭਾਈ ਆਇਆ ਹੋਵੇਗਾ ਤੇ ਉਹੀ ਨਾਸ਼ਤਾ ਲੈ ਕੇ ਆਇਆ ਹੋਵੇਗਾ, ਪਰ ਘਰ ਵਿੱਚ ਕੋਈ ਨਹੀਂ ਸੀ। ਬਾਹਰ ਵਾਲਾ ਦਰਵਾਜ਼ਾ ਤਾਂ ਅਜੇ ਵੀ ਬੰਦ ਸੀ। ਮੇਰੇ ਪਤੀ ਨੇ ਮੈਨੂੰ ਕਿਹਾ ਕਿ ਨਾਸ਼ਤਾ ਕਰ ਲਓ ਤੇ ਉਹ ਖੁਦ ਵੀ ਨਾਸ਼ਤਾ ਕਰਨ ਲਈ ਬੈਠ ਗਿਆ। ਮੈਂ ਹੈਰਾਨ ਹੋ ਗਈ ਕਿ ਇਸ ਨੂੰ ਇੰਨਾ ਪਤਾ ਹੈ ਕਿ ਬਾਜ਼ਾਰ ਤੋਂ ਨਾਸ਼ਤਾ ਲੈ ਕੇ ਆਉਣਾ ਹੈ। ਫਿਰ ਇਹ ਕਿਵੇਂ ਪਾਗਲ ਹੋਇਆ? ਫਿਰ ਉਸ ਨੇ ਗਾਣਾ ਗਾਉਣਾ ਸ਼ੁਰੂ ਕਰ ਦਿੱਤਾ। ਸ਼ਾਇਦ ਇਹ ਕਿਸੇ ਕਾਰਟੂਨ ਦਾ ਗਾਣਾ ਸੀ। ਫਿਰ ਮੈਂ ਸਮਝ ਗਈ ਕਿ ਸ਼ਾਇਦ ਇਹ ਨਾਰਮਲ ਜਿਹੀ ਹਰਕਤ ਹੈ। ਉਸ ਨੂੰ ਵੀ ਭੁੱਖ ਲੱਗੀ ਹੋਵੇਗੀ। ਉਸ ਕੋਲ ਥੋੜ੍ਹੇ ਬਹੁਤੇ ਪੈਸੇ ਹੋਣਗੇ, ਇੰਨਾ ਤਾਂ ਕੋਈ ਛੋਟਾ ਬੱਚਾ ਵੀ ਕਰ ਲੈਂਦਾ ਹੈ। ਖੈਰ, ਮੈਂ ਨਾਸ਼ਤਾ ਕਰ ਲਿਆ। ਉਸ ਤੋਂ ਬਾਅਦ ਮੈਂ ਘਰ ਨੂੰ ਸਾਫ਼ ਕਰਨ ਲੱਗੀ। ਮੈਂ ਇਹ ਪੁੱਛਣਾ ਤਾਂ ਭੁੱਲ ਹੀ ਗਈ ਸੀ ਕਿ ਇਹ ਘਰ ਕਿਵੇਂ ਚੱਲਦਾ ਹੈ। ਖੈਰ, ਇਸ ਵਕਤ ਤਾਂ ਘਰ ਵਿੱਚ ਜ਼ਰੂਰਤ ਦੀਆਂ ਸਾਰੀਆਂ ਚੀਜ਼ਾਂ ਪਈਆਂ ਸਨ। ਮੈਂ ਦੁਪਹਿਰ ਦਾ ਖਾਣਾ ਬਣਾ ਲਿਆ। ਖਾਣਾ ਬਣਾ ਕੇ ਜਦ ਮੈਂ ਦੇਖਿਆ ਤਾਂ ਮੇਰਾ ਪਤੀ ਘਰ ਨਹੀਂ ਸੀ, ਉਹ ਕਿਤੇ ਚਲੇ ਗਿਆ ਸੀ। ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਈ। ਮੈਨੂੰ ਲੱਗਿਆ ਕਿ ਸ਼ਾਇਦ ਉਹ ਘਰ ਤੋਂ ਭੱਜ ਗਿਆ ਹੈ। ਮੈਂ ਉਸਦੇ ਭਾਈ ਦਾ ਨੰਬਰ ਮਿਲਾਇਆ, ਪਰ ਨੰਬਰ ਨਹੀਂ ਮਿਲ ਰਿਹਾ ਸੀ। ਮੈਂ ਫਿਰ ਦੁਬਾਰਾ ਨੰਬਰ ਮਿਲਾਇਆ ਤਾਂ ਫ਼ੋਨ ਮਿਲ ਗਿਆ ਸੀ ਤੇ ਉਸਦੇ ਭਾਈ ਨੇ ਕਿਹਾ ਕਿ ਉਹ ਕਦੇ-ਕਦੇ ਇਸ ਤਰ੍ਹਾਂ ਘਰ ਤੋਂ ਚਲਿਆ ਜਾਂਦਾ ਹੈ। ਤੁਸੀਂ ਪਰੇਸ਼ਾਨ ਨਾ ਹੋਵੋ, ਉਹ ਆਪਣੇ ਆਪ ਵਾਪਸ ਆ ਜਾਵੇਗਾ। ਉਹ ਰਾਤ ਤੱਕ ਵਾਪਸ ਆ ਜਾਵੇਗਾ। ਜੇ ਰਾਤ ਤੱਕ ਵੀ ਵਾਪਸ ਨਾ ਆਇਆ ਤਾਂ ਤੁਸੀਂ ਮੈਨੂੰ ਦੱਸ ਦਿਓ। ਮੈਂ ਕਿਹਾ ਠੀਕ ਹੈ। ਰਾਤ ਹੋਈ ਤਾਂ ਮੇਰਾ ਪਤੀ ਵਾਪਸ ਆ ਗਿਆ। ਉਸਦੇ ਹੱਥ ਵਿੱਚ ਕੋਈ ਚੀਜ਼ ਸੀ ਜਿਹੜੀ ਉਸਨੇ ਮੈਨੂੰ ਫੜਾ ਦਿੱਤੀ। ਮੈਂ ਖੋਲ੍ਹ ਕੇ ਦੇਖਿਆ ਤਾਂ ਉਸ ਵਿੱਚ ਫੁੱਲ ਸਨ। ਮੈਂ ਉਸ ਵੱਲ ਦੇਖਿਆ ਤਾਂ ਉਸਨੇ ਕਿਹਾ ਕਿ ਮੈਂ ਤੇਰੇ ਲਈ ਲੈ ਕੇ ਆਇਆ ਹਾਂ। ਮੈਂ ਹੈਰਾਨ ਰਹਿ ਗਈ। ਫਿਰ ਦੂਸਰੇ ਕਮਰੇ ਵਿੱਚ ਚਲਿਆ ਗਿਆ। ਜਦ ਮੈਂ ਥੋੜ੍ਹੀ ਦੇਰ ਬਾਅਦ ਦੇਖਿਆ ਤਾਂ ਕਮਰਾ ਅੰਦਰ ਤੋਂ ਲੌਕ ਸੀ। ਉਸ ਘਰ ਵਿੱਚ ਮੇਰੇ ਦਿਨ ਚੰਗੇ ਗੁਜ਼ਰ ਰਹੇ ਸਨ। ਮੈਂ ਜਿਸ ਤਰ੍ਹਾਂ ਸੋਚਿਆ ਸੀ ਉਸ ਤਰ੍ਹਾਂ ਕੁਝ ਵੀ ਨਹੀਂ ਹੋ ਰਿਹਾ ਸੀ, ਸਗੋਂ ਸਭ ਕੁਝ ਚੰਗਾ ਹੀ ਹੋ ਰਿਹਾ ਸੀ। ਮੇਰਾ ਪਤੀ ਮੇਰੇ ਲਈ ਹਰ ਰੋਜ਼ ਕੋਈ ਨਾ ਕੋਈ ਚੀਜ਼ ਲੈ ਕੇ ਆਉਂਦਾ। ਪਤਾ ਨਹੀਂ ਉਸ ਕੋਲ ਪੈਸੇ ਕਿੱਥੋਂ ਆਉਂਦੇ ਸਨ। ਘਰ ਵਿੱਚ ਵੀ ਹਰ ਚੀਜ਼ ਮੌਜੂਦ ਸੀ। ਜਦ ਘਰ ਦਾ ਸਮਾਨ ਥੋੜ੍ਹਾ ਖਤਮ ਹੋਣ ਲੱਗਿਆ ਤਾਂ ਇੱਕ ਦਿਨ ਉਸ ਦਾ ਭਾਈ ਘਰ ਆਇਆ ਤੇ ਉਸਨੇ 15,000 ਰੁਪਏ ਮੈਨੂੰ ਦਿੱਤੇ। ਮੈਂ ਉਸ ਨੂੰ ਕਿਹਾ ਕਿ ਘਰ ਦਾ ਖਰਚ ਵੀ ਤੁਸੀਂ ਹੀ ਚਲਾਉਂਦੇ ਹੋ? ਤਾਂ ਉਸਨੇ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੈ। ਦਰਅਸਲ ਸਾਡੇ ਦੋਨਾਂ ਭਾਈਆਂ ਦੇ ਨਾਮ ਕੁਝ ਦੁਕਾਨਾਂ ਹਨ ਤੇ ਉਹਨਾਂ ਦਾ ਹੀ ਕਿਰਾਇਆ ਆਉਂਦਾ ਹੈ। ਮਹੀਨੇ ਵਿੱਚ 2 ਵਾਰ ਪੈਸੇ ਆਉਂਦੇ ਹਨ ਤੇ ਅੱਜ ਪਹਿਲੀ ਤਰੀਕ ਹੈ ਤਾਂ ਮੈਂ ਸੋਚਿਆ ਕਿ ਤੁਹਾਨੂੰ ਪੈਸੇ ਦੇ ਆਵਾਂ। ਤੁਹਾਨੂੰ 20,000 15 ਤਰੀਕ ਨੂੰ ਮਿਲ ਜਾਣਗੇ। ਮੈਂ ਕਿਹਾ ਠੀਕ ਹੈ। ਫਿਰ ਮੈਂ ਘਰ ਦੀ ਜ਼ਰੂਰਤ ਦਾ ਸਮਾਨ ਖਰੀਦ ਲਿਆ। ਸਾਡੇ ਘਰ ਵਿੱਚ ਟੀਵੀ, ਏਸੀ, ਫਰਿੱਜ ਸਭ ਕੁਝ ਸੀ। ਸਾਰੀਆਂ ਸੁੱਖ ਸਹੂਲਤਾਂ ਸਨ। ਇੱਕ ਦਿਨ ਭੁੱਲੇ ਭਟਕੇ ਮੇਰੇ ਭਰਾ ਭਰਜਾਈ ਆ ਗਏ। ਉਹਨਾਂ ਨੂੰ ਤਾਂ ਪਤਾ ਸੀ ਕਿ ਉਹਨਾਂ ਨੇ ਮੇਰਾ ਵਿਆਹ ਪਾਗਲ ਨਾਲ ਕਰਵਾਇਆ ਹੈ। ਮੈਨੂੰ ਪਤਾ ਸੀ ਕਿ ਉਹ ਦੇਖਣ ਆਏ ਹੋਣਗੇ ਕਿ ਮੇਰਾ ਕੀ ਹਾਲ ਹੋਇਆ ਹੈ, ਪਰ ਮੈਨੂੰ ਦੇਖ ਕੇ ਉਹ ਹੈਰਾਨ ਰਹਿ ਗਏ। ਮੈਂ ਨਵਾਂ ਸੂਟ ਪਾਇਆ ਹੋਇਆ ਸੀ। ਮੇਰੀ ਭਾਬੀ ਨੇ ਕਿਹਾ ਕਿ ਇਹ ਸੂਟ ਤੂੰ ਕਿੱਥੋਂ ਲੈ ਕੇ ਆਈ? ਇਹਨਾਂ ਲੋਕਾਂ ਨੇ ਤਾਂ ਤੇਰੇ ਲਈ ਸਿਰਫ 4 ਹੀ ਸੂਟ ਬਣਵਾਏ ਸਨ ਤੇ ਅਸੀਂ ਵੀ ਤੇਰੇ ਲਈ ਕੁਝ ਨਹੀਂ ਬਣਾਇਆ ਸੀ। ਮੈਂ ਕਿਹਾ ਮੇਰੇ ਪਤੀ ਨੇ ਮੈਨੂੰ ਲਿਆ ਕੇ ਦਿੱਤਾ ਹੈ। ਤਾਂ ਮੇਰੀ ਭਾਬੀ ਬੋਲੀ ਕਿ ਤੇਰੇ ਪਤੀ ਨੂੰ ਤਾਂ ਹੱਥ ਮੂੰਹ ਧੋਣ ਦਾ ਚੱਜ ਨਹੀਂ, ਤਾਂ ਉਹ ਤੇਰੇ ਲਈ ਸੂਟ ਕਿਵੇਂ ਲੈ ਕੇ ਆ ਸਕਦਾ ਹੈ? ਮੈਂ ਕਿਹਾ ਉਸਨੇ ਮੈਨੂੰ ਲਿਆ ਕੇ ਦਿੱਤਾ ਹੈ। ਤੁਹਾਨੂੰ ਕਿਸੇ ਨੇ ਕਿਹਾ ਕਿ ਉਸ ਨੂੰ ਮੂੰਹ ਹੱਥ ਧੋਣਾ ਨਹੀਂ ਆਉਂਦਾ? ਇਹ ਦੇਖੋ ਮੇਰਾ ਪਤੀ ਮੇਰੇ ਲਈ ਕੀ ਲੈ ਕੇ ਆਇਆ ਹੈ। ਜਦੋਂ ਮੈਂ ਆਪਣੀ ਭਾਬੀ ਨੂੰ ਸਾਰੀਆਂ ਚੀਜ਼ਾਂ ਦਿਖਾਈਆਂ ਤਾਂ ਉਹ ਹੈਰਾਨ ਰਹਿ ਗਈ। ਮੇਰੀ ਭਾਬੀ ਕਹਿਣ ਲੱਗੀ ਕਿ ਇਹ ਸਭ ਚੀਜ਼ਾਂ ਉਹ ਕਿੱਥੋਂ ਲੈ ਕੇ ਆਉਂਦਾ ਹੈ? ਕਿਤੇ ਚੋਰੀ ਕਰਕੇ ਤਾਂ ਨਹੀਂ ਲੈ ਕੇ ਆਉਂਦਾ? ਮੈਂ ਕਿਹਾ ਇਹ ਚੀਜ਼ਾਂ ਤਾਂ ਬਿਲਕੁਲ ਨਵੀਆਂ ਹਨ। ਤਾਂ ਮੇਰੀ ਭਾਬੀ ਕਹਿਣ ਲੱਗੀ ਕਿ ਇਹ ਚੀਜ਼ਾਂ ਨਵੀਆਂ ਤਾਂ ਨਹੀਂ ਲੱਗ ਰਹੀਆਂ। ਇਸ ਤਰ੍ਹਾਂ ਲੱਗਦਾ ਸੀ ਜਿਵੇਂ ਮੇਰੀ ਭਾਬੀ ਦਾ ਤੀਰ ਨਿਸ਼ਾਨੇ 'ਤੇ ਨਹੀਂ ਲੱਗਿਆ ਸੀ। ਉਹ ਮੇਰਾ ਬੁਰਾ ਕਰਨਾ ਚਾਹੁੰਦੀ ਸੀ, ਪਰ ਮੇਰਾ ਬੁਰਾ ਨਹੀਂ ਹੋਇਆ ਸੀ। ਤਾਂ ਉਹ ਪਰੇਸ਼ਾਨ ਹੋ ਗਈ। ਖੈਰ, ਮੈਂ ਵੀ ਬੜੇ ਗਰਬ ਨਾਲ ਸਾਰੀਆਂ ਚੀਜ਼ਾਂ ਦਿਖਾਈਆਂ ਸਨ ਤੇ ਮੈਂ ਬਹੁਤ ਖੁਸ਼ ਸੀ। ਮੇਰੀ ਭਾਬੀ ਕਹਿਣ ਲੱਗੀ ਕਿ ਸ਼ਾਇਦ ਮੈਂ ਜਲਦਬਾਜ਼ੀ ਵਿੱਚ ਆ ਕੇ ਗਲਤ ਫੈਸਲਾ ਕਰ ਲਿਆ ਸੀ, ਪਰ ਤੂੰ ਤਾਂ ਬਹੁਤ ਖੁਸ਼ ਲੱਗ ਰਹੀ ਹੈ। ਮੈਂ ਆਪਣੇ ਭਾਈ ਨੂੰ ਵੀ ਕਿਹਾ ਕਿ ਤੁਸੀਂ ਕੋਈ ਗਲਤ ਫੈਸਲਾ ਨਹੀਂ ਲਿਆ ਸੀ। ਮੈਂ ਸੱਚਮੁੱਚ ਹੀ ਬਹੁਤ ਜ਼ਿਆਦਾ ਖੁਸ਼ ਹਾਂ। ਮੈਨੂੰ ਕੋਈ ਪਰੇਸ਼ਾਨੀ ਨਹੀਂ ਹੈ, ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈ। ਅਸੀਂ ਵੀ ਤਾਂ ਗਰੀਬ ਲੋਕ ਹੀ ਸੀ ਨਾ। ਜੇ ਸਾਡਾ ਵਿਆਹ ਹੁੰਦਾ ਤਾਂ ਆਪਣੇ ਵਰਗੇ ਲੋਕਾਂ ਵਿੱਚ ਹੀ ਹੁੰਦਾ, ਪਰ ਇਹਨਾਂ ਨੂੰ ਦੇਖੋ, ਇਹ ਤੁਹਾਡੇ ਨਾਲੋਂ ਚੰਗੇ ਹਨ। ਇੱਥੇ ਏਸੀ ਵੀ ਲੱਗਿਆ ਹੈ। ਜੇ ਗਰਮੀ ਹੁੰਦੀ ਵੀ ਹੈ ਤਾਂ ਸਕੂਨ ਦੀ ਨੀਂਦ ਆਉਂਦੀ ਹੈ। ਮੇਰੀ ਭਾਬੀ ਦਾ ਮੂੰਹ ਲਟਕ ਕੇ ਰਹਿ ਗਿਆ ਸੀ। ਮੈਨੂੰ ਪਤਾ ਸੀ ਕਿ ਘਰ ਜਾਂਦੇ ਹੀ ਉਹ ਮੇਰੇ ਭਰਾ ਨਾਲ ਝਗੜਾ ਕਰੇਗੀ। ਚੰਗੀ ਗੱਲ ਹੈ। ਮੈਨੂੰ ਖੁਸ਼ ਦੇਖ ਕੇ ਉਹ ਘਰ ਜਾਂਦੇ ਹੀ ਆਪਸ ਵਿੱਚ ਝਗੜਾ ਕਰਨ, ਇਹੀ ਉਹਨਾਂ ਦੀ ਸਜ਼ਾ ਹੈ। ਮੇਰਾ ਪਤੀ ਮੇਰੇ ਨਾਲ ਕੋਈ ਗੱਲ ਨਹੀਂ ਕਰਦਾ ਸੀ,
ਪਰ ਉਹ ਮੇਰੇ ਲਈ ਹਰ ਚੀਜ਼ ਲੈ ਕੇ ਆਉਂਦਾ ਤੇ ਮੇਰਾ ਖਿਆਲ ਵੀ ਰੱਖਦਾ ਸੀ। ਇੱਕ ਦਿਨ ਮੈਂ ਰਸੋਈ ਵਿੱਚ ਕੰਮ ਕਰ ਰਹੀ ਸੀ ਤੇ ਮੇਰੀ ਉਂਗਲ 'ਤੇ ਚਾਕੂ ਲੱਗਿਆ ਤਾਂ ਉਸਨੇ ਮੇਰੀ ਉਂਗਲ 'ਤੇ ਪੱਟੀ ਵੀ ਕੀਤੀ, ਪਰ ਰਾਤ ਹੁੰਦੇ ਹੀ ਉਹ ਦੂਸਰੇ ਕਮਰੇ ਵਿੱਚ ਚਲਾ ਜਾਂਦਾ ਸੀ ਤੇ ਅੰਦਰ ਤੋਂ ਲੌਕ ਲਗਾ ਲੈਂਦਾ ਸੀ। ਮੈਂ ਬਹੁਤ ਹੈਰਾਨ ਪਰੇਸ਼ਾਨ ਹੁੰਦੀ ਕਿ ਕੀ ਮਾਮਲਾ ਹੈ। ਮੈਂ ਉਸ ਨਾਲ ਗੱਲ ਕਰਨਾ ਚਾਹੁੰਦੀ ਸੀ ਤੇ ਪੁੱਛਣਾ ਚਾਹੁੰਦੀ ਸੀ। ਮੈਂ ਫਿਲਮਾਂ ਵਿੱਚ ਇਹ ਦੇਖਿਆ ਸੀ ਕਿ ਪਿਆਰ ਮੁਹੱਬਤ ਨਾਲ ਇਨਸਾਨ ਠੀਕ ਹੋ ਜਾਂਦਾ ਹੈ। ਸ਼ਾਇਦ ਮੈਂ ਵੀ ਉਸ ਨੂੰ ਠੀਕ ਕਰ ਲੈਂਦੀ। ਜੇ ਉਹ ਠੀਕ ਹੋ ਜਾਂਦਾ ਤਾਂ ਦੁਨੀਆ ਦਾ ਸਭ ਤੋਂ ਚੰਗਾ ਪਤੀ ਹੁੰਦਾ, ਕਿਉਂਕਿ ਖੂਬਸੂਰਤ ਤਾਂ ਉਹ ਹੈ ਹੀ ਸੀ, ਪੈਸੇ ਦੀ ਵੀ ਕੋਈ ਕਮੀ ਨਹੀਂ ਸੀ, ਘਰ ਵੀ ਉਸ ਦਾ ਆਪਣਾ ਸੀ। ਜੇ ਅਜਿਹਾ ਹੋ ਜਾਂਦਾ, ਉਹ ਠੀਕ ਹੋ ਜਾਂਦਾ ਤਾਂ ਮੇਰੀ ਜ਼ਿੰਦਗੀ ਸੈੱਟ ਹੋ ਜਾਣੀ ਸੀ, ਪਰ ਉਹ ਮੇਰੇ ਨਾਲ ਗੱਲ ਹੀ ਨਹੀਂ ਕਰਦਾ ਸੀ। ਮੈਨੂੰ ਇਸ ਗੱਲ ਦਾ ਪਤਾ ਸੀ ਕਿ ਅਜਿਹੇ ਲੋਕਾਂ ਨੂੰ ਪਿਆਰ ਅਤੇ ਮੁਹੱਬਤ ਦੀ ਬਹੁਤ ਜ਼ਰੂਰਤ ਹੁੰਦੀ ਹੈ ਤੇ ਜੇ ਅਜਿਹੇ ਲੋਕਾਂ ਦੀ ਜ਼ਿੰਦਗੀ ਵਿੱਚ ਕੋਈ ਹੋਵੇ ਤਾਂ ਉਹ ਉਸ ਨੂੰ ਬਹੁਤ ਪਿਆਰ ਤੇ ਮੁਹੱਬਤ ਦਿੰਦੇ ਹਨ, ਕਿਸੇ ਆਮ ਇਨਸਾਨ ਤੋਂ ਜ਼ਿਆਦਾ। ਪਰ ਇੱਥੇ ਤਾਂ ਮਾਮਲਾ ਉਲਟਾ ਹੀ ਸੀ। ਹੌਲੀ-ਹੌਲੀ ਮੈਨੂੰ ਇਹ ਗੱਲ ਸਮਝ ਆਉਣ ਲੱਗੀ ਕਿ ਜੋ ਵੀ ਮਾਮਲਾ ਹੈ ਉਸ ਦਾ ਸੰਬੰਧ ਉਸ ਕਮਰੇ ਨਾਲ ਹੈ, ਕਿਉਂਕਿ ਮੇਰਾ ਪਤੀ ਉਸ ਕਮਰੇ ਵਿੱਚ ਹੀ ਚਲਾ ਜਾਂਦਾ ਸੀ। ਹੁਣ ਮੈਨੂੰ ਇਹ ਪਤਾ ਲਗਾਉਣਾ ਸੀ ਕਿ ਮੇਰਾ ਪਤੀ ਉਸ ਕਮਰੇ ਵਿੱਚ ਕੀ ਕਰਦਾ ਹੈ। ਮੈਂ ਇੱਕ ਵਾਰ ਉਸ ਕਮਰੇ ਵਿੱਚ ਗਈ ਸੀ, ਪਰ ਉੱਥੇ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਸੀ। ਮੇਰੀ ਭਾਬੀ ਨੇ ਲੋਕਾਂ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਵਿਆਹ ਚਾਹੇ ਪਾਗਲ ਨਾਲ ਹੋਇਆ ਹੈ, ਪਰ ਉਸ ਦੇ ਹਾਲਾਤ ਬਹੁਤ ਚੰਗੇ ਹਨ। ਇਹ ਗੱਲ ਮੇਰੇ ਤੱਕ ਵੀ ਪਹੁੰਚ ਗਈ ਸੀ। ਮੈਂ ਕਹਿੰਦੀ ਸੀ ਕਿ ਹਾਂ, ਪਰਮਾਤਮਾ ਦਾ ਸ਼ੁਕਰ ਹੈ, ਮੈਂ ਤਾਂ ਬਹੁਤ ਜ਼ਿਆਦਾ ਖੁਸ਼ ਹਾਂ। ਮੇਰੇ ਕੋਲ ਸਭ ਕੁਝ ਸੀ, ਪੈਸੇ ਵੀ ਮੇਰੇ ਕੋਲ ਹੀ ਹੁੰਦੇ ਸਨ, ਘਰ ਦੇ ਸਾਰੇ ਮਾਮਲਾਤ ਮੇਰੇ ਹੱਥ ਵਿੱਚ ਹੁੰਦੇ ਸਨ। ਮੇਰਾ ਪਤੀ ਵੀ ਮੇਰਾ ਬਹੁਤ ਖਿਆਲ ਰੱਖਦਾ ਸੀ, ਰੋਜ਼ ਮੇਰੇ ਲਈ ਕੋਈ ਨਾ ਕੋਈ ਚੀਜ਼ ਲੈ ਕੇ ਆਉਂਦਾ ਸੀ। ਉਹ ਕਿੱਥੇ ਜਾਂਦਾ ਸੀ ਮੈਨੂੰ ਇਸ ਬਾਰੇ ਕੁਝ ਨਹੀਂ ਪਤਾ। ਇੱਕ ਦਿਨ ਮੈਂ ਉਸ ਦਾ ਪਿੱਛਾ ਵੀ ਕੀਤਾ ਸੀ, ਪਰ ਮੈਨੂੰ ਰਸਤਾ ਨਹੀਂ ਪਤਾ ਸੀ, ਇਸ ਲਈ ਮੈਂ ਵਾਪਸ ਆ ਗਈ ਕਿ ਕਿਤੇ ਗੁੰਮ ਹੀ ਨਾ ਹੋ ਜਾਵਾਂ। ਉਹ ਤਾਂ ਮੇਰੀਆਂ ਅੱਖਾਂ ਦੇ ਸਾਹਮਣੇ ਤੋਂ ਪਤਾ ਨਹੀਂ ਕਿੱਥੇ ਚਲਾ ਗਿਆ। ਸ਼ਾਇਦ ਕਿਸੇ ਬਾਗ ਵਿੱਚ ਬੱਚਿਆਂ ਦੇ ਨਾਲ ਖੇਡਣ ਲਈ ਜਾਂਦਾ ਹੋਵੇਗਾ, ਇਸ ਲਈ ਮੈਂ ਇਸ ਗੱਲ 'ਤੇ ਜ਼ਿਆਦਾ ਧਿਆਨ ਨਹੀਂ ਦਿੱਤਾ। ਪਰ ਮੈਨੂੰ ਇਹ ਗੱਲ ਪਤਾ ਲਗਾਉਣੀ ਸੀ ਕਿ ਉਸ ਕਮਰੇ ਵਿੱਚ ਕੀ ਸੀ ਤੇ ਉਹ ਦਿਨ ਵਿੱਚ ਕਮਰੇ ਨੂੰ ਤਾਲਾ ਲਗਾ ਕੇ ਚਲਾ ਜਾਂਦਾ ਸੀ। ਇੱਕ ਦਿਨ ਮੈਂ ਚਾਬੀ ਗਾਇਬ ਕਰ ਦਿੱਤੀ ਤੇ ਤਾਲਾ ਵੀ ਖੋਲ੍ਹ ਦਿੱਤਾ। ਉਸ ਨੂੰ ਤਾਲਾ ਨਹੀਂ ਮਿਲਿਆ ਤਾਂ ਉਹ ਬਗੈਰ ਤਾਲਾ ਲਗਾਏ ਹੀ ਚਲਾ ਗਿਆ। ਮੇਰਾ ਪਹਿਲਾਂ ਤੋਂ ਹੀ ਪਲਾਨ ਸੀ ਕਿ ਕਮਰੇ ਵਿੱਚ ਲੁਕ ਜਾਵਾਂਗੀ ਤੇ ਜਦ ਉਹ ਕਮਰੇ ਵਿੱਚ ਆਵੇਗਾ ਤਾਂ ਮੈਨੂੰ ਪਤਾ ਚੱਲ ਜਾਵੇਗਾ ਕਿ ਉਹ ਕਮਰੇ ਵਿੱਚ ਕੀ ਕਰਦਾ ਹੈ। ਪਰ ਜਿਵੇਂ ਹੀ ਉਹ ਘਰ ਆਇਆ ਤਾਂ ਮੈਨੂੰ ਲੱਭ ਰਿਹਾ ਸੀ, ਕਿਉਂਕਿ ਉਹ ਮੇਰੇ ਲਈ ਕੋਈ ਨਾ ਕੋਈ ਚੀਜ਼ ਲੈ ਕੇ ਆਉਂਦਾ ਸੀ। ਉਸ ਨੂੰ ਮੇਰਾ ਨਾਮ ਵੀ ਯਾਦ ਹੋ ਗਿਆ ਸੀ, ਉਸਨੇ ਮੈਨੂੰ ਮੇਰੇ ਨਾਮ ਤੋਂ ਹੀ ਬੁਲਾਇਆ ਸੀ। ਕਦੇ-ਕਦੇ ਮੈਨੂੰ ਸੋਚ ਕੇ ਬੜਾ ਦੁੱਖ ਹੁੰਦਾ ਸੀ ਕਿ ਇਹ ਵੀ ਤਾਂ ਕਿਸੇ ਦੀ ਔਲਾਦ ਹੈ, ਕਿੰਨਾ ਸੋਹਣਾ ਨੌਜਵਾਨ ਹੈ। ਪਤਾ ਨਹੀਂ ਇਸ ਦੇ ਨਾਲ ਅਜਿਹਾ ਕੀ ਹੋਇਆ ਹੋਵੇਗਾ ਕਿ ਇਹ ਪਾਗਲ ਹੋ ਗਿਆ। ਜ਼ਾਹਰ ਹੈ ਕਿ ਇਹ ਪਾਗਲ ਤਾਂ ਪੈਦਾ ਨਹੀਂ ਹੋਇਆ ਹੋਵੇਗਾ, ਇਸ ਨਾਲ ਜ਼ਰੂਰ ਕੋਈ ਨਾ ਕੋਈ ਹਾਦਸਾ ਹੋਇਆ ਹੋਵੇਗਾ ਜੋ ਇਸ ਦੀ ਇਹ ਹਾਲਤ ਹੋ ਗਈ ਹੈ। ਮੈਂ ਉਸ ਦੇ ਭਰਾ ਨੂੰ ਵੀ ਪੁੱਛਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਸਨੇ ਮੈਨੂੰ ਕੁਝ ਨਹੀਂ ਦੱਸਿਆ ਸੀ ਤੇ ਕਿਹਾ ਸੀ ਕਿ ਵਕਤ ਦੇ ਨਾਲ-ਨਾਲ ਤੈਨੂੰ ਸਭ ਕੁਝ ਪਤਾ ਚੱਲ ਜਾਵੇਗਾ। ਇਹ ਕਿਹੋ ਜਿਹੀ ਗੱਲ ਸੀ? ਵਕਤ ਦੇ ਨਾਲ ਭਲਾ ਕਿਵੇਂ ਪਤਾ ਲੱਗ ਜਾਂਦੀ? ਮੈਨੂੰ ਮੇਰੇ ਪਤੀ ਦੀਆਂ ਕੁਝ ਪੁਰਾਣੀਆਂ ਤਸਵੀਰਾਂ ਮਿਲੀਆਂ ਸਨ, ਜਿਸ ਵਿੱਚ ਉਹ ਬਹੁਤ ਹੀ ਖੂਬਸੂਰਤ ਦਿਖਾਈ ਦੇ ਰਿਹਾ ਸੀ, ਪਰ ਫਿਰ ਉਹ ਅਜਿਹੀ ਹਾਲਤ ਵਿੱਚ ਕਿਵੇਂ ਪਹੁੰਚ ਗਿਆ? ਉਸ ਨੂੰ ਕਿਸੇ ਦੀ ਬਦਦੁਆ ਤਾਂ ਨਹੀਂ ਲੱਗ ਗਈ ਸੀ? ਮੇਰੇ ਮਨ ਵਿੱਚ ਅਜਿਹੀਆਂ ਉਲਟੀਆਂ ਸਿੱਧੀਆਂ ਗੱਲਾਂ ਆਉਂਦੀਆਂ ਰਹੀਆਂ, ਪਰ ਅੱਜ ਤਾਂ ਮੈਨੂੰ ਪਤਾ ਚੱਲ ਹੀ ਜਾਣਾ ਸੀ। ਫਿਰ ਮੇਰਾ ਪਤੀ ਮੇਰੇ ਕਮਰੇ ਵਿੱਚ ਆ ਗਿਆ। ਉਸਨੇ ਮਹਿਸੂਸ ਕੀਤਾ ਕਿ ਮੈਂ ਉੱਥੇ ਨਹੀਂ ਹਾਂ ਤਾਂ ਉਹ ਚੀਜ਼ ਉੱਥੇ ਹੀ ਰੱਖ ਆਇਆ। ਫਿਰ ਉਹ ਕਮਰੇ ਵਿੱਚ ਆ ਗਿਆ। ਮੈਂ ਉਸ ਕਮਰੇ ਵਿੱਚ ਪਹਿਲਾਂ ਹੀ ਲੁਕੀ ਹੋਈ ਸੀ। ਉਸਨੇ ਕਮਰੇ ਨੂੰ ਅੰਦਰ ਤੋਂ ਲੌਕ ਲਗਾ ਲਿਆ ਤੇ ਆਪਣਾ ਸਿਰ ਫੜ ਕੇ ਕੁਰਸੀ 'ਤੇ ਬੈਠ ਗਿਆ। ਮੈਂ ਪਰਦੇ ਦੇ ਪਿੱਛੇ ਤੋਂ ਸਭ ਕੁਝ ਦੇਖ ਰਹੀ ਸੀ। ਉਸ ਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਮੈਂ ਕਮਰੇ ਵਿੱਚ ਹਾਂ। ਉਹ ਸਿਰ ਨੂੰ ਇਸ ਤਰ੍ਹਾਂ ਫੜੀ ਬੈਠਾ ਸੀ ਜਿਵੇਂ ਕੋਈ ਬੜਾ ਸਮਝਦਾਰ ਆਦਮੀ ਕੁਝ ਸੋਚ ਰਿਹਾ ਹੋਵੇ। ਉਸ ਦੇ ਚਿਹਰੇ ਤੋਂ ਅਚਾਨਕ ਪਾਗਲਾਂ ਵਾਲੇ ਜਜ਼ਬਾਤ ਖਤਮ ਹੋ ਗਏ ਸਨ। ਮੈਨੂੰ ਹੁਣੇ ਤੋਂ ਹੀ ਮਾਮਲਾ ਕੁਝ ਗੜਬੜ ਲੱਗ ਰਿਹਾ ਸੀ। ਕੋਈ ਨਾ ਕੋਈ ਗੱਲ ਤਾਂ ਜ਼ਰੂਰ ਸੀ ਜਿਹੜੀ ਕਿ ਨਾਰਮਲ ਨਹੀਂ ਸੀ। ਕੁਝ ਦੇਰ ਬਾਅਦ ਉਸਨੇ ਆਪਣੀ ਜੇਬ ਵਿੱਚੋਂ ਇੱਕ ਵੱਡਾ ਸਾਰਾ ਫੋਨ ਕੱਢਿਆ। ਮੈਂ ਦੇਖ ਕੇ ਹੈਰਾਨ ਰਹਿ ਗਈ ਕਿ ਇਸ ਕੋਲ ਐਡਾ ਵੱਡਾ ਫੋਨ ਕਿੱਥੋਂ ਆਇਆ ਤੇ ਫੋਨ ਵੀ ਬਿਲਕੁਲ ਠੀਕ-ਠਾਕ ਸੀ, ਟੁੱਟਾ ਹੋਇਆ ਵੀ ਨਹੀਂ ਸੀ, ਜਦਕਿ ਉਸ ਦੀਆਂ ਬਾਕੀ ਸਾਰੀਆਂ ਚੀਜ਼ਾਂ ਟੁੱਟੀਆਂ ਹੋਈਆਂ ਸਨ। ਫਿਰ ਉਹ ਫੋਨ 'ਤੇ ਕਿਸੇ ਨਾਲ ਗੱਲ ਕਰਨ ਲੱਗਾ। ਜਦ ਉਸਨੇ ਗੱਲ ਕਰਨੀ ਸ਼ੁਰੂ ਕੀਤੀ ਤਾਂ ਮੇਰੀ ਤਾਂ ਹਾਲਤ ਖਰਾਬ ਹੋ ਗਈ। ਮੈਂ ਹੈਰਾਨ ਰਹਿ ਗਈ। ਉਹ ਇੱਕ ਸਮਝਦਾਰ ਵਿਅਕਤੀ ਦੀ ਤਰ੍ਹਾਂ ਗੱਲ ਕਰ ਰਿਹਾ ਸੀ ਤੇ ਕਹਿ ਰਿਹਾ ਸੀ ਕਿ ਦੇਖੋ, ਮੈਂ ਤੁਹਾਡੇ ਨਾਲ ਪਹਿਲਾਂ ਡੀਲ ਕੀਤੀ ਸੀ ਤੇ ਕਿਹਾ ਸੀ ਕਿ ਪੈਸੇ ਕਾਰੋਬਾਰ ਵਿੱਚ ਲਗਾ ਦਿਓ। ਜੋ ਮੇਰੀ ਕਿਸਮਤ ਹੋਵੇਗੀ, ਮੇਰੇ ਨਸੀਬ ਵਿੱਚ ਹੋਵੇਗਾ,
ਉਹ ਮੈਨੂੰ ਮਿਲ ਜਾਵੇਗਾ। ਮੈਂ ਹੈਰਾਨ ਸੀ ਕਿ ਮੇਰਾ ਪਤੀ, ਜਿਹੜਾ ਕਿ ਦੁਨੀਆ ਦੇ ਸਾਹਮਣੇ ਪਾਗਲ ਬਣਿਆ ਹੋਇਆ ਹੈ, ਉਹ ਇੱਥੇ ਬੈਠ ਕੇ ਬਿਜ਼ਨਸ ਦੀਆਂ ਡੀਲਾਂ ਕਰ ਰਿਹਾ ਹੈ। ਪਰ ਫਿਰ ਉਹ ਦੁਨੀਆ ਦੇ ਸਾਹਮਣੇ ਕਿਉਂ ਪਾਗਲ ਬਣਿਆ ਹੋਇਆ ਸੀ ਤੇ ਆਪਣੀ ਪਤਨੀ ਨੂੰ ਕਿਉਂ ਝੂਠ ਬੋਲ ਰਿਹਾ ਸੀ? ਆਪਣੀ ਪਤਨੀ ਨੂੰ ਤਾਂ ਦੱਸ ਸਕਦਾ ਸੀ। ਮੇਰਾ ਦਿਲ ਕੀਤਾ ਕਿ ਮੈਂ ਸਾਹਮਣੇ ਆ ਜਾਵਾਂ, ਪਰ ਫਿਰ ਸੋਚਿਆ ਕਿ ਦੇਖਦੀ ਹਾਂ ਕਿ ਇਹ ਹੁਣ ਕੀ ਕਰੇਗਾ। ਫਿਰ ਉਸਨੇ ਜੇਬ ਵਿੱਚੋਂ ਕਾਫੀ ਸਾਰੇ ਪੈਸੇ ਕੱਢੇ ਤੇ ਇੱਕ ਸਾਈਡ ਤੇ ਰੱਖ ਦਿੱਤੇ। ਫਿਰ ਉਸਨੇ ਦੁਬਾਰਾ ਤੋਂ ਕਿਸੇ ਨੂੰ ਫ਼ੋਨ ਕੀਤਾ। ਇਸ ਵਾਰ ਮੈਨੂੰ ਸਮਝ ਆ ਗਿਆ ਸੀ ਕਿ ਉਹ ਕਿਸ ਨੂੰ ਫ਼ੋਨ ਕਰ ਰਿਹਾ ਹੈ। ਉਹ ਆਪਣੇ ਭਾਈ ਨੂੰ ਫ਼ੋਨ ਕਰ ਰਿਹਾ ਸੀ। ਉਹ ਆਪਣੇ ਭਾਈ ਨੂੰ ਕਹਿ ਰਿਹਾ ਸੀ ਕਿ ਮੇਰਾ ਦਿਲ ਕਰਦਾ ਹੈ ਕਿ ਮੈਂ ਸੋਨੀਆ ਨੂੰ ਸਭ ਕੁਝ ਦੱਸ ਦਵਾਂ। ਉਹ ਮੇਰੀ ਪਤਨੀ ਹੈ ਤੇ ਮੈਂ ਉਸ ਨਾਲ ਰਹਿਣਾ ਚਾਹੁੰਦਾ ਹਾਂ। ਤਾਂ ਦੂਸਰਾ ਸ਼ਖਸ ਸ਼ਾਇਦ ਕਹਿ ਰਿਹਾ ਸੀ ਕਿ ਜਲਦਬਾਜ਼ੀ ਨਾ ਕਰ। ਮੇਰੇ ਪਤੀ ਨੇ ਕਿਹਾ ਕਿ ਜਲਦਬਾਜ਼ੀ ਕਿੱਥੇ ਹੈ? ਮੇਰੇ ਵਿਆਹ ਨੂੰ 6 ਮਹੀਨੇ ਹੋ ਗਏ ਹਨ। ਜਦ ਮੇਰਾ ਜ਼ਿਕਰ ਹੋਇਆ ਤਾਂ ਮੈਂ ਸਾਹਮਣੇ ਆ ਗਈ। ਮੈਨੂੰ ਦੇਖ ਕੇ ਉਹ ਹੈਰਾਨ ਰਹਿ ਗਿਆ। ਉਸ ਦਾ ਮੂੰਹ ਖੁੱਲ੍ਹੇ ਦਾ ਖੁੱਲ੍ਹਾ ਹੀ ਰਹਿ ਗਿਆ। ਉਸਨੇ ਫ਼ੋਨ ਇੱਕ ਸਾਈਡ ਤੇ ਰੱਖ ਦਿੱਤਾ। ਮੈਂ ਉਸ ਨੂੰ ਕਿਹਾ ਕਿ ਇਹ ਸਭ ਕੀ ਹੈ? ਤੁਸੀਂ ਸਾਰੀ ਦੁਨੀਆ ਦੇ ਸਾਹਮਣੇ ਪਾਗਲ ਕਿਉਂ ਬਣੇ ਫਿਰ ਰਹੇ ਹੋ? ਮੈਂ ਸਭ ਕੁਝ ਸੁਣ ਲਿਆ ਹੈ। ਉਸਨੇ ਕਿਹਾ ਕਿ ਦੇਖੋ, ਮੈਂ ਅੱਜ ਜਾਂ ਕੱਲ੍ਹ ਤੈਨੂੰ ਸਭ ਕੁਝ ਦੱਸ ਹੀ ਦੇਣਾ ਸੀ। ਮੈਂ ਉਸ ਨੂੰ ਕਿਹਾ ਕਿ ਮੈਨੂੰ ਸਾਰੀ ਗੱਲ ਦੱਸੋ, ਆਖਿਰ ਮਾਮਲਾ ਕੀ ਹੈ? ਮੇਰੀ ਅੱਖਾਂ ਵਿੱਚ ਹੰਝੂ ਆ ਗਏ ਸਨ। ਉਸਨੇ ਕਿਹਾ ਕਿ ਤੂੰ ਰੋ ਕਿਉਂ ਰਹੀ ਹੈ? ਮੈਂ ਕਿਹਾ ਕਿ ਮੈਨੂੰ ਨਹੀਂ ਪਤਾ, ਬਸ ਮੈਨੂੰ ਰੋਣਾ ਆ ਰਿਹਾ ਹੈ। ਮੈਨੂੰ ਦੱਸੋ ਕਿ ਗੱਲ ਕੀ ਹੈ? ਫਿਰ ਉਸਨੇ ਜੋ ਮੈਨੂੰ ਦੱਸਿਆ, ਮੈਂ ਹੈਰਾਨ ਰਹਿ ਗਈ। ਉਸਨੇ ਕਿਹਾ ਕਿ ਮੈਂ ਪੂਰੇ ਮੁਹੱਲੇ ਵਿੱਚ ਇੱਕ ਸਮਝਦਾਰ ਤੇ ਪੜ੍ਹਿਆ ਲਿਖਿਆ ਮੁੰਡਾ ਸੀ। ਮੇਰੀ ਬਹੁਤ ਚੰਗੀ ਨੌਕਰੀ ਵੀ ਸੀ। ਅਜੇ ਵੀ ਮੈਂ ਉਸੇ ਨੌਕਰੀ ਵਿੱਚ ਹਾਂ, ਪਰ ਸਾਰੀ ਰਾਤ ਆਨਲਾਈਨ ਬੈਠ ਕੇ ਕੰਮ ਕਰਦਾ ਹਾਂ। ਮੈਂ ਕਿਹਾ ਕਿ ਤੁਸੀਂ ਫਿਰ ਪਾਗਲ ਕਿਉਂ ਬਣੇ ਫਿਰਦੇ ਹੋ? ਉਸਨੇ ਕਿਹਾ ਮੇਰੀ ਕੁਝ ਲੋਕਾਂ ਦੇ ਨਾਲ ਦੋਸਤੀ ਸੀ, ਪਰ ਮੈਨੂੰ ਨਹੀਂ ਪਤਾ ਸੀ ਕਿ ਉਹ ਕਿਹੋ ਜਿਹੇ ਹਨ। ਇੱਕ ਦਿਨ ਅਸੀਂ ਕਿਤੇ ਚਲੇ ਗਏ ਸੀ ਤੇ ਉੱਥੇ ਸਾਡਾ ਇੱਕ ਛੋਟਾ ਜਿਹਾ ਝਗੜਾ ਹੋ ਗਿਆ। ਉਸ ਝਗੜੇ ਵਿੱਚ ਇੱਕ ਆਦਮੀ ਮਰ ਗਿਆ ਤੇ ਉਹਨਾਂ ਨੇ ਸਾਰਾ ਇਲਜ਼ਾਮ ਮੇਰੇ ਤੇ ਲਗਾ ਦਿੱਤਾ। ਕਿਉਂਕਿ ਉਹ ਸਾਰੇ ਭੱਜ ਗਏ ਸਨ ਤੇ ਮੈਂ ਉਸ ਆਦਮੀ ਦੀ ਜਾਨ ਬਚਾਉਣ ਦੇ ਚੱਕਰ ਵਿੱਚ ਉੱਥੇ ਹੀ ਫਸ ਗਿਆ। ਪਰ ਉਹ ਇਸ ਦੁਨੀਆ ਤੋਂ ਚਲਿਆ ਗਿਆ ਤੇ ਇਲਜ਼ਾਮ ਮੇਰੇ ਉੱਤੇ ਆ ਗਿਆ ਤੇ ਮੈਨੂੰ ਪੁਲਿਸ ਫੜ ਕੇ ਲੈ ਗਈ। ਜੇ ਮੈਂ ਪਾਗਲਪਨ ਦਾ ਨਾਟਕ ਨਾ ਕਰਦਾ ਤਾਂ ਮੈਨੂੰ ਸਜ਼ਾ ਹੋ ਜਾਂਦੀ ਤੇ ਮੇਰੀ ਸਾਰੀ ਉਮਰ ਜੇਲ੍ਹ ਵਿੱਚ ਹੀ ਲੰਘ ਜਾਣੀ ਸੀ। ਉਹ ਅਜੇ ਵੀ ਇਸੇ ਮੁਹੱਲੇ ਵਿੱਚ ਰਹਿੰਦੇ ਹਨ। ਮੇਰੀ ਵਜ੍ਹਾ ਤੋਂ ਉਹਨਾਂ ਦਾ ਨੁਕਸਾਨ ਹੋਇਆ ਹੈ, ਇਸ ਲਈ ਮੈਨੂੰ ਪਾਗਲਪਨ ਦਾ ਨਾਟਕ ਕਰਨਾ ਪੈ ਰਿਹਾ ਹੈ। ਪਰ ਮੈਂ ਸੁਣਿਆ ਹੈ ਕਿ ਉਹਨਾਂ ਨੇ ਆਪਣਾ ਘਰ-ਬਾਰ ਵੇਚ ਦਿੱਤਾ ਹੈ ਤੇ ਉਹ 15 ਦਿਨਾਂ ਤੱਕ ਇੱਥੋਂ ਜਾ ਰਹੇ ਹਨ। ਉਸ ਤੋਂ ਬਾਅਦ ਮੈਂ ਆਪਣੇ ਤਰੀਕੇ ਨਾਲ ਰਹਾਂਗਾ। ਤੈਨੂੰ ਮੈਂ ਇਸੇ ਲਈ ਨਹੀਂ ਦੱਸਿਆ ਸੀ ਕਿ ਇੱਕ ਵਾਰ ਉਹ ਲੋਕ ਇੱਥੋਂ ਚਲੇ ਜਾਣ ਤਾਂ ਫਿਰ ਮੈਂ ਤੈਨੂੰ ਦੱਸ ਦਵਾਂਗਾ। ਤੇਰੇ ਭਾਈ ਨੇ ਜਦ ਮੇਰੇ ਨਾਲ ਰਿਸ਼ਤੇ ਨੂੰ ਹਾਂ ਕਰ ਦਿੱਤੀ ਤਾਂ ਅਸੀਂ ਬੜੇ ਹੈਰਾਨ ਹੋ ਗਏ ਸੀ। ਸਾਨੂੰ ਪਤਾ ਚੱਲ ਗਿਆ ਸੀ ਕਿ ਤੇਰਾ ਭਾਈ ਤੇਰੇ ਨਾਲ ਧੋਖਾ ਕਰ ਰਿਹਾ ਹੈ। ਇਸ ਲਈ ਮੈਂ ਬਿਨਾਂ ਦੇਖੇ ਹੀ ਰਿਸ਼ਤੇ ਲਈ ਹਾਂ ਕਰ ਦਿੱਤੀ ਸੀ ਕਿ ਕੋਈ ਤਾਂ ਪੁੰਨ ਦਾ ਕੰਮ ਕਰ ਲਵਾਂ ਤੈਨੂੰ ਬਚਾਉਣ ਦੇ ਲਈ। ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ, ਤੂੰ ਮੈਨੂੰ ਬਹੁਤ ਚੰਗੀ ਲੱਗਦੀ ਹੈ। ਮੈਂ ਬਾਹਰ ਜਾਂਦਾ ਹਾਂ ਤਾਂ ਉਹ ਵੀ ਕੰਮ ਦੇ ਸਿਲਸਿਲੇ ਵਿੱਚ ਹੀ ਜਾਂਦਾ ਹਾਂ। ਤੇਰਾ ਚਿਹਰਾ ਮੇਰੀਆਂ ਅੱਖਾਂ ਦੇ ਸਾਹਮਣੇ ਆ ਜਾਂਦਾ ਹੈ ਤਾਂ ਫਿਰ ਸੋਚਦਾ ਹਾਂ ਕਿ ਤੇਰੇ ਲਈ ਕੋਈ ਚੀਜ਼ ਲੈ ਲਵਾਂ, ਕਿ ਕਿਤੇ ਹਾਲਾਤ ਤੋਂ ਤੰਗ ਆ ਕੇ ਤੂੰ ਮੈਨੂੰ ਛੱਡ ਕੇ ਨਾ ਚਲੇ ਜਾਵੇਂ, ਕਿ ਪਾਗਲ ਦੇ ਨਾਲ ਮੇਰੀ ਜ਼ਿੰਦਗੀ ਬੁਰੀ ਗੁਜ਼ਰ ਰਹੀ ਹੈ। ਇਸ ਲਈ ਤੈਨੂੰ ਕੋਈ ਨਾ ਕੋਈ ਚੀਜ਼ ਲੈ ਕੇ ਆਉਂਦਾ ਸੀ ਤਾਂ ਕਿ ਤੂੰ ਖੁਸ਼ ਰਹੇ। ਮੇਰੀਆਂ ਅੱਖਾਂ ਵਿੱਚ ਫਿਰ ਤੋਂ ਹੰਝੂ ਆ ਗਏ ਸਨ। ਉਸਨੇ ਕਿਹਾ ਕਿ ਹੁਣ ਕਿਉਂ ਰੋ ਰਹੀ ਹੈ? ਮੈਂ ਕਿਹਾ ਖੁਸ਼ੀ ਦੇ ਹੰਝੂ ਹਨ। ਉਸਨੇ ਮੇਰੇ ਹੰਝੂ ਪੂੰਝੇ ਤੇ ਕਿਹਾ ਕਿ ਦੇਖ, ਮੈਂ ਤੇਰਾ ਪਤੀ ਹਾਂ ਤੇ ਤੈਨੂੰ ਬਹੁਤ ਪਿਆਰ ਕਰਦਾ ਹਾਂ। ਹੁਣ ਤੇਰੀ ਜ਼ਿੰਦਗੀ ਬਹੁਤ ਵਧੀਆ ਹੋਣ ਵਾਲੀ ਹੈ। ਬਸ ਆਪਾਂ ਨੂੰ 15-20 ਦਿਨਾਂ ਤੱਕ ਹੋਰ ਪਾਗਲਪਨ ਦਾ ਨਾਟਕ ਕਰਨਾ ਹੋਵੇਗਾ। ਉਸ ਤੋਂ ਬਾਅਦ ਸਭ ਕੁਝ ਠੀਕ ਹੋ ਜਾਵੇਗਾ। ਮੈਂ ਕਿਹਾ ਕਿ ਮੈਨੂੰ ਕੋਈ ਪਰੇਸ਼ਾਨੀ ਨਹੀਂ ਹੈ। ਮੈਂ ਤਾਂ ਸੋਚ ਰਹੀ ਹਾਂ ਕਿ ਮੈਨੂੰ ਪਰਮਾਤਮਾ ਨੇ ਕਿਸ ਪੁੰਨ ਦਾ ਫਲ ਦਿੱਤਾ ਹੈ। ਮੈਂ ਕਦੇ ਕਿਸੇ ਦਾ ਬੁਰਾ ਨਹੀਂ ਕੀਤਾ ਸੀ, ਪਰ ਮੇਰੇ ਆਪਣੇ ਭਾਈ ਨੇ ਹੀ ਮੇਰੇ ਨਾਲ ਬੁਰਾ ਕੀਤਾ। ਪਰ ਸ਼ੁਕਰ ਹੈ ਕਿ ਤੁਸੀਂ ਠੀਕ ਹੋ। ਉਸਨੇ ਕਿਹਾ ਕਿ ਤੂੰ ਪਰੇਸ਼ਾਨ ਨਾ ਹੋ, ਸਭ ਠੀਕ ਹੈ ਤੇ ਸਭ ਠੀਕ ਹੀ ਰਹੇਗਾ। ਮੈਂ ਤੇਰਾ ਬਹੁਤ ਖਿਆਲ ਰੱਖਾਂਗਾ ਤੇ ਹੁਣ ਆਪਣੀ ਜ਼ਿੰਦਗੀ ਬਹੁਤ ਵਧੀਆ ਹੋਣ ਵਾਲੀ ਹੈ। ਤੇ ਅਜਿਹਾ ਹੀ ਹੋਇਆ। ਹੌਲੀ-ਹੌਲੀ ਮੈਂ ਇਹ ਗੱਲ ਫੈਲਾ ਦਿੱਤੀ ਕਿ ਮੈਂ ਆਪਣੇ ਪਤੀ ਦਾ ਇਲਾਜ ਕਰਵਾ ਲਿਆ ਹੈ। ਹੁਣ ਅਸੀਂ ਦੋਨੇ ਖੁਸ਼ੀ-ਖੁਸ਼ੀ ਆਪਣਾ ਜੀਵਨ ਬਤੀਤ ਕਰ ਰਹੇ ਹਾਂ ਤੇ ਪਰਮਾਤਮਾ ਨੇ ਸਾਨੂੰ ਇੱਕ ਬੇਟੇ ਦੀ ਦਾਤ ਵੀ ਦਿੱਤੀ ਹੈ। ਦੋਸਤੋ, ਜੇ ਕਹਾਣੀ ਵਧੀਆ ਲੱਗੀ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ, ਤੇ ਅਜਿਹੀਆਂ ਹੀ ਹੋਰ ਕਹਾਣੀਆਂ ਸੁਣਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਧੰਨਵਾਦ ਜੀ।